ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਏਸ਼ੀਆ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ ਸਿਖਰ ਵਾਰਤਾ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸੈਨ ਫਰਾਂਸਿਸਕੋ ਜਾਣ ਦੀ ਸੰਭਾਵਨਾ। ਟਰੂਡੋ ਕੈਨੇਡਾ ਦੇ ਭਾਈਵਾਲਾਂ ਨਾਲ ਕਲਾਈਮੇਟ ਫਰੈਂਡਲੀ ਆਰਥਿਕ ਵਿਕਾਸ ਨੂੰ ਉਭਾਰਨ ਦੇ ਰਾਹ ਉੱਤੇ ਕਰਨਗੇ ਆਪਣਾ ਧਿਆਨ ਕੇਂਦਰਿਤ। ਓਨਟਾਰੀਓ ਰੋਜ਼ਗਾਰ ਦਾਤਾਵਾਂ ਵੱਲੋਂ ਕੈਨੇਡੀਅਨ ਕੰਮ ਦਾ ਤਜਰਬਾ ਮੰਗਣ ਤੇ ਪਾਬੰਦੀ ਲਗਾਉਣ ਅਤੇ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਯੋਗਤਾ 'ਚ ਢਿੱਲ ਦੇਣ ਦੀ ਉਮੀਦ। ਪ੍ਰਸਤਾਵਿਤ ਤਬਦੀਲੀਆਂ ਅਗਲੇ ਸਾਲ ਤੋਂ ਲਾਗੂ ਹੋਣ ਦੀ ਉਮੀਦ ਤਾਂ ਜੋ 1 ਸਾਲ ਦੇ ਕਾਲਜ ਪ੍ਰੋਗਰਾਮ ਤੋਂ ਅੰਤਰਰਾਸ਼ਟਰੀ ਗ੍ਰੈਜੂਏਟ ਸਥਾਈ ਨਿਵਾਸ PR ਦੇ ਯੋਗ ਹੋ ਸਕਣ। ਜ਼ਿਆਦਾਤਰ ਕੈਨੇਡੀਅਨ ਗਾਜ਼ਾ 'ਚ ਪੂਰੀ ਜੰਗਬੰਦੀ ਦੇ ਸਮਰਥਨ 'ਚ। ਐਂਗਸ ਰੀਡ ਇੰਸਟੀਚਿਊਟ ਦੇ ਇੱਕ ਨਵੇਂ ਸਰਵੇਖਣ ਮੁਤਾਬਕ 35% ਕੈਨੇਡੀਅਨ ਸੋਚਦੇ ਨੇ ਕਿ ਗਾਜ਼ਾ 'ਚ ਮਾਨਵਤਾਵਾਦੀ ਸਹਾਇਤਾ ਪੁੱਜਦੀ ਕਰਨ ਲਈ ਅਸਥਾਈ ਜੰਗਬੰਦੀ ਨੂੰ ਤੁਰੰਤ ਹੋਣਾ ਚਾਹੀਦਾ ਹੈ ਲਾਗੂ, ਜਦਕਿ 30% ਜੰਗ ਦੀ ਪੂਰੀ ਤਰ੍ਹਾਂ ਨਾਲ ਖਤਮ ਹੋਣ ਦੀ ਹਮਾਇਤ 'ਚ। ਲੇਬਰ ਮੰਤਰੀ ਸੀਮਸ ਓਰੀਗਨ ਵੱਲੋਂ ਪੇਸ਼ ਕੀਤਾ ਗਿਆ ਨਵਾਂ ਲੇਬਰ ਬਿੱਲ ਨੂੰ ਐਨ ਐਕਟ ਟੂ ਅਮੈਂਡ ਦਾ ਕੈਨੇਡਾ ਲੇਬਰ ਕੋਡ ਤੇ ਦਾ ਕੈਨੇਡਾ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਰੈਗੂਲੇਸ਼ਨਜ਼ 2012 ਦਾ ਦਿੱਤਾ ਗਿਆ ਨਾਮ। ਅਗਲੇ ਹਫਤੇ ਸਾਲਾਨਾ ਏਸ਼ੀਆ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ ਸਿਖਰ ਵਾਰਤਾ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸੈਨ ਫਰਾਂਸਿਸਕੋ ਜਾਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਆਫਿਸ ਵੱਲੋਂ ਜਾਰੀ ਕੀਤੇ ਗਏ ਬਿਆਨ 'ਚ ਦੱਸਿਆ ਗਿਆ ਹੈ ਕਿ ਟਰੂਡੋ ਕੈਨੇਡਾ ਦੇ ਭਾਈਵਾਲਾਂ ਨਾਲ ਕਲਾਈਮੇਟ ਫਰੈਂਡਲੀ ਆਰਥਿਕ ਵਿਕਾਸ ਨੂੰ ਉਭਾਰਨ ਦੇ ਰਾਹ ਉੱਤੇ ਆਪਣਾ ਧਿਆਨ ਕੇਂਦਰਿਤ ਕਰਨਗੇ। ਇਸ ਦੇ ਨਾਲ ਹੀ ਕੈਨੇਡੀਅਨ ਵਫਦ ਵਪਾਰ, ਡਿਜੀਟਲ ਸਪੇਸ 'ਚ ਮੌਕਿਆਂ ਦੀ ਤਲਾਸ਼ ਕਰਨ ਅਤੇ ਔਰਤਾਂ ਲਈ ਆਰਥਿਕ ਸਸ਼ਕਤੀਕਰਨ ਦੇ ਨਿਰਮਾਣ ਦੇ ਰਾਹ ਲੱਭੇਗਾ। ਟਰੂਡੋ ਵੱਲੋਂ ਪੈਸੀਫਿਕ ਓਸ਼ੀਅਨ ਦੇ ਦੋਵਾਂ ਪਾਸਿਆਂ ਉੱਤੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਖੁੱਲ੍ਹੇ ਆਰਥਿਕ ਸਹਿਯੋਗ ਤੇ ਵਪਾਰਕ ਅੜਿੱਕਿਆਂ ਨੂੰ ਹਟਾਉਣ ਦੀ ਪੈਰਵਾਈ ਕੀਤੀ ਜਾ ਰਹੀ ਹੈ। ਟਰੂਡੋ ਨੇ ਆਖਿਆ ਕਿ ਰਲ ਮਿਲ ਕੇ ਕੰਮ ਕਰਨ ਨਾਲ ਅਸੀਂ ਆਪਣੇ ਵਰਕਰਸ ਅਤੇ ਕਾਰੋਬਾਰੀਆਂ ਲਈ ਨਵੇਂ ਮੌਕੇ ਮੁਹੱਈਆ ਕਰਵਾਵਾਂਗੇ। ਮੇਜ਼ਬਾਨ ਦੇਸ਼ ਦਾ ਆਗੂ ਹੋਣ ਨਾਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਹਫ਼ਤੇ ਦੇ ਮੁੱਖ ਈਵੈਂਟ ਦੀ ਅਗਵਾਈ ਕਰਨਗੇ। ਲੇਬਰ ਮੰਤਰੀ ਸੀਮਸ ਓਰੀਗਨ ਵੱਲੋਂ ਵੀਰਵਾਰ ਨੂੰ ਨਵਾਂ ਲੇਬਰ ਬਿੱਲ ਪੇਸ਼ ਕੀਤਾ ਗਿਆ। ਉਹ ਇਸ ਬਿੱਲ ਨੂੰ ਇਸ ਸਾਲ ਦੇ ਅੰਤ ਤੋਂ ਪਹਿਲਾਂ ਹੀ ਪਾਸ ਕਰਵਾਉਣਾ ਚਾਹੁੰਦੇ ਨੇ ਤਾਂ ਕਿ NDP ਨਾਲ ਕੀਤੀ ਗਈ ਕੌਨਫੀਡੈਂਸ ਐਂਡ ਸਪਲਾਈ ਡੀਲ ਸਿਰੇ ਚੜਾਈ ਜਾ ਸਕੇ। ਓਰੀਗਨ ਇਸ ਨੂੰ ਇਸ ਦਹਾਕੇ 'ਚ ਕੈਨੇਡਾ 'ਚ ਹੋਣ ਵਾਲੀ ਸਾਂਝੀ ਬਾਰਗੇਨਿੰਗ ਵਜੋਂ ਵੀ ਚੇਤੇ ਰਖਵਾਉਣਾ ਚਾਹੁੰਦੇ ਨੇ। ਇਸ ਬਿੱਲ ਨੂੰ ਐਨ ਐਕਟ ਟੂ ਅਮੈਂਡ ਦਾ ਕੈਨੇਡਾ ਲੇਬਰ ਕੋਡ ਐਂਡ ਦਾ ਕੈਨੇਡਾ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਰੈਗੂਲੇਸ਼ਨ 2012 ਦਾ ਨਾਮ ਦਿੱਤਾ ਗਿਆ ਹੈ। ਇਸ ਤਹਿਤ ਇਹ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਫੈਡਰਲ ਪੱਧਰ ਤੇ ਨਿਯੰਤਰਿਤ ਯੂਨੀਅਨ ਇੰਪਲੋਇਰ ਹੜਤਾਲ ਦੇ ਵਿਚਕਾਰ ਵਰਕਰਸ ਦਾ ਬਦਲ ਲਿਆਉਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਅਜਿਹਾ ਨਹੀਂ ਕਰ ਪਾਵੇਗਾ। ਇਸ ਬਿੱਲ ਤਹਿਤ ਲਿਆਂਦੀਆਂ ਜਾਣ ਵਾਲੀਆਂ ਤਬਦੀਲੀਆਂ ਵਿੱਚ ਇਹ ਪ੍ਰਬੰਧ ਵੀ ਹੋਵੇਗਾ ਕਿ ਕੰਮ ਬੰਦ ਹੋਣ ਦੀ ਸੂਰਤ 'ਚ ਯੂਨੀਅਨ ਮੈਂਬਰਾਂ ਦਾ ਕੰਮ ਕਰਨ ਲਈ ਇੰਪਲੋਇਰ ਨਵੇਂ ਵਰਕਰਸ, ਕੰਟਰੈਕਟਰਸ ਜਾਂ ਮੁਲਾਜ਼ਮਾਂ ਨੂੰ ਉਸੇ ਬਾਰਗੇਨਿੰਗ ਯੂਨਿਟ ਤਹਿਤ ਹਾਇਰ ਨਹੀਂ ਕਰ ਸਕੇਗਾ। ਇਸ ਬਿੱਲ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਿੱਲ ਅੰਦਾਜ਼ਨ 1 ਮਿਲੀਅਨ ਇੰਪਲੋਈਜ਼ ਨੂੰ ਕਵਰ ਕਰੇਗਾ, ਜਿਹੜੇ 22,350 ਇੰਪਲੋਇਰਸ ਲਈ ਕੰਮ ਕਰਦੇ ਨੇ। ਇਸ ਵਿੱਚ 에ਅਰ ਤੇ ਰੇਲ ਟਰਾਂਸਪੋਰਟੇਸ਼ਨ, ਬੈਂਕਿੰਗ, ਟੈਲੀਕਮਿਊਨੀਕੇਸ਼ਨਸ, ਬ੍ਰੌਡਕਾਸਟਿੰਗ ਤੇ ਪੋਸਟਲ ਤੇ ਕੁਰੀਅਰ ਸਰਵਿਸਿਜ਼ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਬਿੱਲ C58 ਫੈਡਰਲ ਪਬਲਿਕ ਸਰਵਿਸਿਜ਼ ਉੱਤੇ ਲਾਗੂ ਨਹੀਂ ਹੋਵੇਗਾ। ਫੈਡਰਲ ਸਰਕਾਰ ਵੱਲੋਂ ਸਰਕਾਰੀ ਖਰਚਿਆਂ ਤੋਂ $500 ਮਿਲੀਅਨ ਦੀ ਕਟੌਤੀ ਕਰਨ ਦੀ ਆਪਣੀ ਯੋਜਨਾ ਤੇ ਵੇਰਵਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਰਕਾਰ ਨੇ ਕਿਹਾ ਕਿ ਲਾਗਤ ਕਟੌਤੀ ਦੀ ਪਹਿਲ ਕਦਮੀ 'ਚ ਛੋਟੇ ਸੰਗਠਨਾਂ ਨੂੰ $25 ਮਿਲੀਅਨ ਪ੍ਰਤੀ ਸਾਲ ਦੇ ਬਜਟ ਤੋਂ ਬਾਹਰ ਰੱਖਿਆ ਗਿਆ ਹੈ। ਕੈਨੇਡੀਅਨ ਸਪੇਸ ਏਜੰਸੀ ਤੇ ਇਨਵੈਸਟ ਇਨ ਕੈਨੇਡਾ ਹੱਬ ਵਰਗੀਆਂ ਕੁਝ ਏਜੰਸੀਆਂ ਆਪਣੇ ਖਰਚਿਆਂ ਦਾ 1% ਤੋਂ ਵੱਧ ਜਮ੍ਹਾਂ ਕਰਕੇ ਸਰਕਾਰੀ ਖਜ਼ਾਨੇ 'ਚ ਵਾਪਸ ਪਾਉਣਗੀਆਂ, ਪਰ 61 ਵਿਭਾਗ ਅਤੇ ਏਜੰਸੀਆਂ ਕਟੌਤੀ ਕਰਨ ਵਾਲੀਆਂ ਸਰਕਾਰੀ ਸੰਸਥਾਵਾਂ ਦੀ ਸੂਚੀ 'ਚ ਸ਼ਾਮਲ ਨਹੀਂ ਹਨ। ਇਸੇ ਤਰ੍ਹਾਂ ਹੀ ਸਰਕਾਰ ਕੁਝ ਰਾਸ਼ਟਰੀ ਅਜਾਇਬ ਘਰਾਂ ਜਿਵੇਂ ਕਿ ਕੈਨੇਡੀਅਨ ਮਿਊਜ਼ੀਅਮ ਆਫ ਨੇਚਰ ਅਤੇ ਕੈਨੇਡੀਅਨ ਮਿਊਜ਼ੀਅਮ ਫਾਰ ਹਿਊਮਨ ਰਾਈਟਸ ਲਈ ਬਜਟ ਦਾ ਲਗਭਗ 0.2% ਘਟਾ ਰਹੀ ਹੈ, ਪਰ ਨੈਸ਼ਨਲ ਮਿਊਜ਼ੀਅਮ ਆਫ ਸਾਇੰਸ ਐਂਡ ਟੈਕਨੋਲੋਜੀ ਜੋ ਹਰ ਸਾਲ $39.5 ਮਿਲੀਅਨ ਖਰਚਦਾ ਹੈ, ਕਟੌਤੀ ਵਾਲੀ ਸੂਚੀ 'ਚ ਸ਼ਾਮਲ ਨਹੀਂ ਹੈ। ਸੂਚੀ 'ਚ ਸ਼ਾਮਲ ਸਰਕਾਰੀ ਵਿਭਾਗਾਂ 'ਚੋਂ ਵਿੱਤ ਵਿਭਾਗ ਨੂੰ ਸਭ ਤੋਂ ਛੋਟੀ ਮਾਰ ਝੱਲਣੀ ਪੈ ਰਹੀ ਹੈ। ਇਸ ਦੇ $118 ਬਿਲੀਅਨ ਬਜਟ 'ਚ ਸਿਰਫ $8,27,000 ਦੀ ਕਟੌਤੀ ਕੀਤੀ ਗਈ ਹੈ
ਅਪ੍ਰੈਲ 'ਚ ਜਾਰੀ ਕੀਤੇ ਗਏ 2023 ਦੇ ਬਜਟ 'ਚ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਸਰਕਾਰੀ ਖਰਚਿਆਂ 'ਚ ਕਟੌਤੀ ਦਾ ਵਾਅਦਾ ਅਗਲੇ 5 ਸਾਲਾਂ ਦੇ ਵਿੱਚ 15.4 ਬਿਲੀਅਨ ਡਾਲਰ ਦੀ ਬਚਤ ਨੂੰ ਦਰਸਾਉਂਦਾ ਹੈ। ਰਾਸ਼ਟਰੀ ਰੱਖਿਆ ਵਿਭਾਗ 'ਚ ਵੱਡੀ ਕਟੌਤੀ ਹੋਈ ਹੈ। ਕੁੱਲ 500 ਮਿਲੀਅਨ ਡਾਲਰ ਦੀ ਕਟੌਤੀ 'ਚੋਂ 211.1 ਮਿਲੀਅਨ ਡਾਲਰ ਜੋ ਕਿ 27.5 ਬਿਲੀਅਨ ਡਾਲਰ ਖਰਚੇ ਦੇ ਅੰਦਾਜ਼ੇ ਦਾ ਲਗਭਗ 0.76% ਹੈ। ਖਜ਼ਾਨਾ ਬੋਰਡ ਨੇ ਦਸਤਾਵੇਜ਼ਾਂ 'ਚ ਮੰਨਿਆ ਕਿ ਕਟੌਤੀਆਂ ਦਾ ਪ੍ਰਭਾਵ ਇੱਕ ਵਿਭਾਗ ਤੋਂ ਦੂਜੇ ਵਿਭਾਗ 'ਚ ਵੱਖ-ਵੱਖ ਹੋ ਸਕਦਾ ਹੈ। ਵਿਭਾਗ ਨੇ ਕਿਹਾ ਕਿ ਮੰਤਰੀਆਂ ਅਤੇ ਉਹਨਾਂ ਦੇ ਵਿਭਾਗਾਂ ਨੂੰ ਉਹਨਾਂ ਦੇ ਪੋਰਟਫੋਲੀਓ 'ਚ ਖਰਚ ਘਟਾਉਣ ਲਈ ਲਚਕਤਾ ਦਿੱਤੀ ਗਈ ਸੀ। ਟ੍ਰੇਜਰੀ ਬੋਰਡ ਦੀ ਪ੍ਰੈਜ਼ੀਡੈਂਟ ਅਨੀਤਾ ਆਨੰਦ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਾਡੀ ਖਰਚ ਸਮੀਖਿਆ ਨਾਲ ਸੰਬੰਧਿਤ ਨਤੀਜਿਆਂ ਦੀ ਇਹ ਸਿਰਫ ਪਹਿਲੀ ਕਿਸ਼ਤ ਹੈ। Today I tabled the supplementary estimates B 2023-2024 in the House of Commons. In that document you will see the first iteration of our spending review. And in effect, what we are showing is that we are reducing and refocusing our spending in the amount of $500 million. $350 million will be reduced and refocused in the area of outsourcing, external contracts. $150 million will be refocused in the area of travel. I spoke with many of my colleagues to ensure that they are continuing to look in their departments to see where unnecessary spending exists. We are doing the same thing as families across the country. We are refocusing our spending. We are making sure that we are watching taxpayer dollars and spending them prudently and efficiently. ਓਨਟਾਰੀਓ ਰੁਜ਼ਗਾਰ ਦਾਤਾਵਾਂ ਵੱਲੋਂ ਕੈਨੇਡੀਅਨ ਕੰਮ ਦਾ ਤਜਰਬਾ ਮੰਗਣ ਤੇ ਪਾਬੰਦੀ ਲਗਾਉਣ ਅਤੇ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਯੋਗਤਾ 'ਚ ਢਿੱਲ ਦੇਣ ਦੀ ਉਮੀਦ ਕਰ ਰਿਹਾ ਹੈ ਤਾਂ ਜੋ 1 ਸਾਲ ਦੇ ਕਾਲਜ ਪ੍ਰੋਗਰਾਮ ਤੋਂ ਅੰਤਰਰਾਸ਼ਟਰੀ ਗ੍ਰੈਜੂਏਟ ਸਥਾਈ ਨਿਵਾਸ ਜਾਣੀ ਕਿ PR ਦੇ ਯੋਗ ਹੋ ਸਕਣ। ਪ੍ਰਸਤਾਵਿਤ ਤਬਦੀਲੀਆਂ ਅਗਲੇ ਸਾਲ ਤੋਂ ਲਾਗੂ ਹੋਣ ਦੀ ਉਮੀਦ ਹੈ ਤੇ ਇਹ ਉਸ ਕਾਨੂੰਨ ਦਾ ਹਿੱਸਾ ਹੋਣਗੀਆਂ ਜਿਸ ਨੂੰ ਸੂਬਾਈ ਸਰਕਾਰ ਅਗਲੇ ਹਫ਼ਤੇ ਦੀ ਸ਼ੁਰੂਆਤ 'ਚ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। 1 ਦਸੰਬਰ ਤੋਂ 30 ਤੋਂ ਵੱਧ ਕਿੱਤਾਮੁਖੀ ਤੇ ਪੇਸ਼ੇਵਰ ਲਾਇਸੈਂਸ ਦੇਣ ਵਾਲੀਆਂ ਸੰਸਥਾਵਾਂ ਤੇ ਲਾਇਸੈਂਸਿੰਗ 'ਚ ਕੈਨੇਡੀਅਨ ਕੰਮ ਦੇ ਤਜਰਬੇ ਦੀਆਂ ਲੋੜਾਂ ਦੀ ਵਰਤੋਂ ਕਰਨ ਤੇ ਪਾਬੰਦੀ ਲਗਾਈ ਜਾਵੇਗੀ। ਨੌਕਰੀ ਦੀਆਂ ਪੋਸਟਿੰਗ ਤੇ ਅਰਜ਼ੀ ਫਾਰਮਾਂ 'ਚ ਰੁਜ਼ਗਾਰ ਦਾਤਾਵਾਂ ਦੇ ਵਿਰੁੱਧ ਇਸ ਤਰ੍ਹਾਂ ਦੀਆਂ ਪਾਬੰਦੀਆਂ ਨਵੇਂ ਆਉਣ ਵਾਲਿਆਂ ਲਈ ਇੱਕ ਮਹੱਤਵਪੂਰਨ ਰੁਜ਼ਗਾਰ ਰੁਕਾਵਟ ਨੂੰ ਦੂਰ ਕਰਨ ਲਈ ਹਨ। ਅਧਿਕਾਰੀਆਂ ਨੇ ਕਿਹਾ ਕਿ ਕੌਮਾਂਤਰੀ ਪੱਧਰ ਤੇ ਸਿਖਲਾਈ ਪ੍ਰਾਪਤ ਨਵੇਂ ਆਏ ਲੋਕਾਂ ਨੂੰ ਉਹਨਾਂ ਕਿੱਤਿਆਂ 'ਚ ਕੰਮ ਕਰਨ 'ਚ ਮਦਦ ਮਿਲਣ ਨਾਲ ਅਗਲੇ 5 ਸਾਲਾਂ ਦੌਰਾਨ ਸੂਬੇ ਦੀ GDP 'ਚ $100 ਅਰਬ ਤੱਕ ਦਾ ਵਾਧਾ ਹੋ ਸਕਦਾ ਹੈ। ਉਹਨਾਂ ਕਿਹਾ ਕਿ ਕੈਨੇਡੀਅਨ ਤਜਰਬੇ ਦੀ ਲੋੜ ਤੇ ਪਾਬੰਦੀ ਵਧੇਰੇ ਯੋਗ ਉਮੀਦਵਾਰਾਂ ਨੂੰ ਇੰਟਰਵਿਊ ਪ੍ਰਕਿਰਿਆ ਰਾਹੀਂ ਅੱਗੇ ਵਧਣ 'ਚ ਮਦਦ ਕਰੇਗੀ। ਲੇਬਰ, ਇਮੀਗ੍ਰੇਸ਼ਨ, ਸਿਖਲਾਈ ਤੇ ਹੁਨਰ ਵਿਕਾਸ ਮੰਤਰੀ ਡੇਵਿਡ ਪਿਕਨੀ ਨੇ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਕੈਨੇਡਾ ਆਉਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਅੰਤਮ ਨੌਕਰੀਆਂ ਲਈ ਭੇਜਿਆ ਗਿਆ ਹੈ ਜਿਨ੍ਹਾਂ ਲਈ ਉਹ ਅਯੋਗ ਹਨ। ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਇਹ ਲੋਕ ਵਧੀਆ ਤਨਖਾਹ ਵਾਲੇ ਤੇ ਚੰਗਾ ਕਰੀਅਰ ਹਾਸਲ ਕਰ ਸਕਣ ਤਾਂ ਜੋ ਉਹ ਲੇਬਰ ਦੀ ਘਾਟ ਨੂੰ ਪੂਰਾ ਕਰਨ 'ਚ ਮਦਦ ਕਰਨ। ਜ਼ਿਕਰਯੋਗ ਹੈ ਕਿ ਓਨਟਾਰੀਓ ਆਪਣਾ ਪ੍ਰੋਵਿੰਸ਼ੀਅਲ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ ਚਲਾਉਂਦਾ ਹੈ ਜੋ ਪ੍ਰੋਵਿੰਸ ਨੂੰ ਵਿਸ਼ੇਸ਼ ਤੌਰ ਤੇ ਸਿਹਤ ਦੇਖਭਾਲ ਤੇ ਹੁਨਰਮੰਦ ਕਿੱਤਿਆਂ 'ਚ ਇਨ ਡਿਮਾਂਡ ਹੁਨਰ ਵਾਲੇ ਸੰਭਾਵੀ ਸਥਾਈ ਨਿਵਾਸੀਆਂ ਦੀ ਸਕਰੀਨਿੰਗ ਤੇ ਚੋਣ ਕਰਨ ਦੀ ਇਜਾਜ਼ਤ ਦਿੰਦਾ ਹੈ। ਸਾਲ 2023 'ਚ ਇਸ ਦਾ ਕੋਟਾ 16,500 ਹੈ। ਓਨਟਾਰੀਓ ਦਾ ਫਲੂ ਤੇ ਕੋਵਿਡ-19 ਵੈਕਸੀਨੇਸ਼ਨ ਪ੍ਰੋਗਰਾਮ ਸ਼ੁਰੂ ਹੋਣ ਤੋਂ 2 ਹਫ਼ਤੇ ਬਾਅਦ ਹੀ ਟੋਰਾਂਟੋ ਦੇ ਫਾਰਮਾਸਿਸਟਸ ਨੇ ਇਹ ਆਖਦਿਆਂ ਹੋਇਆਂ ਟੀਕੇ ਲਾਉਣੇ ਬੰਦ ਕਰ ਦਿੱਤੇ ਕਿ ਸਪਲਾਈ ਨਾ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨ ਕਰਨਾ ਠੀਕ ਨਹੀਂ ਹੈ। ਫਾਰਮਾਸਿਵ ਅੰਬ੍ਰੇਲਾ ਹੇਠ ਟੋਰਾਂਟੋ ਦੇ ਪੂਰਬੀ ਸਿਰੇ ਉੱਤੇ ਸਥਿਤ 2 ਫਾਰਮੇਸੀਜ਼ ਰਾਈਲੈਂਡਰ ਤੇ ਲਾਲੋਰ 'ਚ ਕੰਮ ਕਰਨ ਵਾਲੇ ਕਾਇਰੋ ਮਸੇ ਨੇ ਆਖਿਆ ਕਿ ਫਲੂ ਤੇ ਕੋਵਿਡ-19 ਸ਼ਾਟਸ ਦੀ ਵੰਡ ਸਹੀ ਢੰਗ ਨਾਲ ਨਹੀਂ ਹੋ ਰਹੀ। ਉਸਨੇ ਦੱਸਿਆ ਕਿ ਕਈ ਵਾਰੀ ਉਹਨਾਂ ਨੂੰ ਵੈਕਸੀਨ ਦੇ ਖਾਲੀ ਡੱਬੇ ਮਿਲਦੇ ਨੇ ਜਾਂ ਫਿਰ 200 ਦਾ ਆਰਡਰ ਦੇਣ ਉੱਤੇ ਸਿਰਫ 20 ਡੋਜ਼ਸ ਹੀ ਹਾਸਲ ਹੁੰਦੀਆਂ ਨੇ। ਉਸਨੇ ਆਖਿਆ ਕਿ ਜੇ ਤੁਹਾਡੇ ਕੋਲ ਅਜਿਹੇ ਮਰੀਜ਼ ਨੇ ਜਿਨ੍ਹਾਂ ਦੀ ਕੀਮੋਥੈਰੇਪੀ ਸ਼ੁਰੂ ਹੋਣ ਵਾਲੀ ਹੈ ਜਾਂ ਕਈ ਹੋਰ ਮਰੀਜ਼ ਜਿਨ੍ਹਾਂ ਦਾ ਟ੍ਰਾਂਸਪਲਾਂਟ ਹੋਣਾ ਹੈ ਉਹਨਾਂ ਨੂੰ ਸਾਡੇ ਵੱਲੋਂ ਤਰਜੀਹ ਦਿੱਤੀ ਜਾਂਦੀ ਹੈ। ਪਰ ਇਸ ਸਾਲ ਤਾਂ ਸਾਨੂੰ ਇਸ ਪ੍ਰੋਗਰਾਮ ਕਰਕੇ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਈਲੈਂਡਰ 'ਚ ਸਾਡੇ ਕੋਲ ਕੋਈ ਡੋਜ਼ ਹੀ ਨਹੀਂ ਹੈ, ਇਸ ਲਈ ਸਾਨੂੰ ਰੋਜ਼ਾਨਾ 50-60 ਲੋਕਾਂ ਨੂੰ ਮੋੜਨਾ ਪੈਂਦਾ ਹੈ।
उन्होंने आख्या कि यह मुद्दा उस समय शुरू होया जदों सेहत मंत्रालय वालों जनतक तौर पर फंड प्राप्त वैक्सीनस नूं वंडण की जिम्मेवारी शॉपर्स ड्रग मार्ट नूं दित्ती गई। जे इस प्रक्रिया च कुछ गड़बड़ हो रही है तो इस तो स्पष्ट है कि ओंटारियो के कई लोग इस कारण प्रभावित हो रहे होंगे। ओंटारियो फार्मासिस्ट्स एसोसीएशन के CEO जस्टिन बेट्स ने आख्या कि उन्होंने इस साल इस मामले संबंधी फार्मासेव्स तो शिकायत हासिल हो रही ने। उन्होंने आख्या कि असी इस मसले का हल कढ़ण की कोशिश कर रहे हैं। सेहत मंत्रालय ते शॉपर्स ड्रग मार्ट की मालक कंपनी लोबलाज का कहना है कि वह प्रक्रिया को सही ढंग नाल चलाउण लई पूरी कोशिश कर रहे हैं। कैनेडा के पुलिस अधिकारियों का कहना है कि इजराइल हमास युद्ध के दरमियान टोरंटो मॉन्ट्रियल समेत होर शहरों च नफरती अपराधों दी रिपोर्टां च वाधा होया है। CBC न्यूज़ द्वारा प्राप्त किए गए अंकड़े टोरंटो मॉन्ट्रियल ते ओटावा समेत कैनेडा के सब तो वड्डी यहूदी ते मुस्लिम आबादी वाले शहरों च नफरती अपराधों च वाधा दर्शाते हैं। हमास वालों पिछले महीने दक्षिणी इजराइल किए गए हमले च 1400 तो वध लोग मारे गए सन ते हज़ारां लोग होर जख्मी हो गए सन। इजराइल ने जवाब च हमास विरुद्ध जंग का ऐलान करदिआं गाजा नूं घेरा पा लिया ते हज़ारां बंब सुट्टे। हमास द्वारा चलाए जा रहे गाजा सेहत अथॉरिटी का कहना है कि इजराइल दीआं फौजी कार्रवाइयां च 4000 बच्चों समेत 10,000 तो वध लोग मारे गए ने ते हज़ारां होर जख्मी हुए ने। हाल ही च जारी की गई एक नवीं सैनेट रिपोर्ट के नतीजों अनुसार इस देश च इस्लामोफोबिया एक निरंतर समस्या बनी हुई है और नफरत की वाधी लहर को रोकने लई तुरंत कार्रवाई की लोड़ है। टोरंटो पुलिस ने कहा कि अक्तूबर के ज़्यादातर महीनों च नफरत अपराध दीआं रिपोर्टां पिछले साल की इसे म्याद के मुकाबले दुगने तो भी वध हो गई ने। टोरंटो पुलिस मुखी माइरोन डैमकीव ने कहा है कि 7 तो 25 अक्तूबर की म्याद के दरमियान 2022 च 7 और 2021 च 3 के मुकाबले 15 यहूदी विरोधी नफरती अपराध रिपोर्ट किए गए सन। डैमकीव ने यह भी कहा कि इस साल अक्तूबर 7 तो 25 की इसे म्याद लई 5 इस्लामोफोबिक नफरती अपराधों की रिपोर्ट की गई है। 2022 च ये 0 सन ते 2021 विच 1 सी। मॉन्ट्रियल पुलिस ने 7 तो 25 अक्तूबर की उस समय की म्याद लई क्रमवार अरब मुस्लिम भाईचारे ते यहूदी भाईचारे विरुद्ध कुल 14 ते 38 नफरती अपराधों जां घटनावां की रिपोर्ट की है। मॉन्ट्रियल च 2022 के अंकड़िਆਂ नाल तुलना की गई जिथे पूरे साल लई धर्म नूं निशाना बनाउण वाले कुल 50 नफरती अपराध और 21 गैर अपराधिक नफरत वालियां घटनावां वापरियां सन। ज़्यादातर कैनेडियन गाजा च पूरी जंगबंदी के समर्थन च ने। एंगस रीड इंस्टीट्यूट के एक नवे सर्वेखण अनुसार 35% कैनेडियन सोचते हैं कि गाजा च मानवतावादी सहायता पुजदी करने लई अस्थाई जंगबंदी नूं तुरंत करना चाहिए, जबकि 30% जंग की पूरी तरह नाल खत्म करने की मंग कर रहे हैं। पोल च ये सामने आया है कि 5 विचों 1 कैनेडियन सोचता है कि जंगबंदी नहीं होनी चाहिए, जबकि 16% कैनेडियंस ने इस बारे कोई भी राय होने तो इनकार किया। 2 और 6 नवंबर के विचकार करवाए गए इस ऑनलाइन सर्वेखण के 1748 लोगों तो इस जंग बारे उन्होंने विचार पूछे गए। मेन स्ट्रीट रिसर्च द्वारा करवाए गए इस वक्रे पोल च सामने आया है कि 71% कैनेडियन जंगबंदी की मंग का समर्थन करते हैं तां जो मनुखतावादी सहायता गाजा तक पहुँच सके। सर्वेखण च 5 विचों 1 तो भी घट लोगों ने जंगबंदी की मंग का सख्त विरोध किया जां कुछ हद तक विरोध किया। ये पूछे जाने कि की जंगबंदी की शुरुआत हमास द्वारा बंधकों की वापसी नाल होनी चाहिए है। मेन स्ट्रीट रिसर्च पोल च 81% उत्तरदातावां ने हाँ च जवाब दिता तो 11% ने ना च जवाब दिता। मेन स्ट्रीम रिसर्च पोल कैनेडा च रह रहे 1892 बालगां नाल ऑटोमेटेड टैलीफोन इंटरव्यू की वरतों करके करवाई गई है। लिबरल सरकार का कहना है कि कैनेडा इजराइल के नाल खड़ा है तो अंतरराष्ट्रीय कानूनों अनुसार अपने बचाव के अधिकार का समर्थन करता है, पर प्रधानमंत्री जस्टिन ट्रूडो गाजा वासियों तक सहायता पहुँचाने लई मानवतावादी विराम की मंग कर रहे हैं। कॉर्नवाल ओंटारियो च कई घरां नूं अग लग जाण कारण एक व्यक्ति की मौत हो गई। स्थानक वासी रॉन लेमार्च ने आख्या कि इंज लग्या जिवें कोई बंब फटिया होवे। वीरवार नूं सवेरे 7:30 के नेड़े तेड़े कॉर्नवाल तो 17 किलोमीटर पूरब वालों साउथ ग्लेनगैरी टाउनशिप च मलीबू लेन उत्ते स्थित कई घरां च अग लगण दीआं रिपोर्टां मिलण तो बाद ओंटारियो प्रोविंशियल पुलिस ते एमरजेंसी सर्विसेज के कर्मचारी मौके पर पहुंचे।
ਲੈਮਾਰਚ ਨੇ ਦੱਸਿਆ ਕਿ ਉਸ ਨੂੰ ਧਮਾਕੇ ਵਰਗਾ ਮਹਿਸੂਸ ਹੋਇਆ, ਜਿਵੇਂ ਕੋਈ ਬੰਬ ਫਟਿਆ ਹੋਵੇ। ਜਦੋਂ ਬਾਹਰ ਨਿਕਲ ਕੇ ਵੇਖਿਆ ਤਾਂ ਬਹੁਤ ਵੱਡਾ ਅੱਗ ਦਾ ਗੋਲਾ ਨਜ਼ਰ ਆਇਆ। ਇੱਕ ਹੋਰ ਮਹਿਲਾ ਜੂਡੀ ਬ੍ਰਮਬ੍ਰੇਂਟ ਨੇ ਦੱਸਿਆ ਕਿ ਅੱਗ ਬਹੁਤ ਵੱਡੀ ਸੀ ਤੇ ਸਾਨੂੰ ਪਹਿਲਾਂ ਧਮਾਕਾ ਸੁਣਾਈ ਦਿੱਤਾ ਤੇ ਫਿਰ ਇੱਕ ਹੋਰ ਧਮਾਕਾ ਹੋਇਆ ਜਿਸ ਨੇ ਸਾਡੇ ਘਰ ਨੂੰ ਹਿਲਾ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ 2 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਤੇ ਕੁਝ ਅੱਗ ਕਾਰਨ ਅੰਸ਼ਿਕ ਤਬਾਹ ਹੋਏ ਨੇ। OPP ਅਨੁਸਾਰ ਅੱਗ ਕਾਰਨ 10 ਘਰ ਖਾਲੀ ਕਰਵਾ ਲਏ ਗਏ। ਕਾਰਨਵਾਲ ਪੈਰਾਮੈਡਿਕਸ ਦੇ ਚੀਫ ਨੇ ਦੱਸਿਆ ਕਿ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਵੀਰਵਾਰ ਦੁਪਹਿਰ ਨੂੰ ਜਾਰੀ ਕੀਤੀ ਗਈ ਮੀਡੀਆ ਰਿਲੀਜ਼ 'ਚ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਇਸ ਏਰੀਏ 'ਚ ਸਥਿਤ ਘਰ ਤੋਂ ਲਾਸ਼ ਬਰਾਮਦ ਹੋਈ। ਇਸ ਸਬੰਧ 'ਚ ਹਰ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਜਾ ਰਹੀ। ਅੱਗ ਲੱਗਣ ਦੇ ਕਾਰਨਾਂ ਦੇ ਵੀ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਟ੍ਰਾਂਜ਼ਿਟ ਵਰਕਰਸ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੇ ਜਾਣ ਤੋਂ ਬਾਅਦ ਹੈਮਿਲਟਨ ਵਾਸੀਆਂ ਨੂੰ ਆਪਣੇ ਰੋਜ਼ਾਨਾ ਦੇ ਕੰਮਕਾਜ ਨਿਬੇੜਨ ਲਈ ਆਵਾਜਾਈ ਦਾ ਕੋਈ ਹੋਰ ਰਾਹ ਅਪਣਾਉਣਾ ਹੋਵੇਗਾ। ਸਿਟੀ ਦੇ ਟ੍ਰਾਂਜ਼ਿਟ ਵਰਕਰਸ ਰਸਮੀ ਤੌਰ ਤੇ ਅੱਧੀ ਰਾਤ ਨੂੰ ਹੜਤਾਲ ਤੇ ਚਲੇ ਗਏ। ਸਿਟੀ ਤੇ ATU ਲੋਕਲ 107 ਦੀ ਨੁਮਾਇੰਦਗੀ ਕਰਨ ਵਾਲੇ 900 ਟ੍ਰਾਂਜ਼ਿਟ ਵਰਕਰਸ ਦਰਮਿਆਨ ਗੱਲਬਾਤ ਸਿਰੇ ਨਹੀਂ ਚੜੀ ਤੇ ਵਰਕਰਸ ਹੜਤਾਲ ਤੇ ਚਲੇ ਗਏ। ਮਿਊਨਿਸਪੈਲਿਟੀ ਵੱਲੋਂ ਰੈਜ਼ੀਡੈਂਟਸ ਨੂੰ ਇਸ ਹੜਤਾਲ ਲਈ ਤਿਆਰ ਰਹਿਣ ਵਾਸਤੇ ਪਹਿਲਾਂ ਹੀ ਆਖਿਆ ਜਾ ਰਿਹਾ ਸੀਗਾ। ਸਿਟੀ ਅਨੁਸਾਰ ਭੱਤਿਆਂ ਨੂੰ ਲੈ ਕੇ ਗੱਲਬਾਤ ਸਿਰੇ ਚੜ੍ਹਦੀ ਰਹਿ ਗਈ। ਸਿਟੀ ਆਫ ਹੈਮਿਲਟਨ ਵੱਲੋਂ ਇਸ ਹਫ਼ਤੇ ਦੇ ਸ਼ੁਰੂ 'ਚ ਬਿਆਨ ਜਾਰੀ ਕਰਕੇ ਆਖਿਆ ਗਿਆ ਕਿ ਸਿਟੀ ਦਾ ਮੰਨਣਾ ਹੈ ਕਿ ਉਹ ਆਪਣੇ ਮੁਲਾਜ਼ਮਾਂ ਨਾਲ ਬਿਲਕੁਲ ਜਾਇਜ਼ ਕਰ ਰਹੀ ਹੈ। ਸਿਟੀ ਦਾ ਕਹਿਣਾ ਹੈ ਕਿ ਓਨਟਾਰੀਓ 'ਚ ਸਭ ਤੋਂ ਵੱਧ ਭੱਤੇ ਹਾਸਲ ਕਰਨ ਵਾਲਿਆਂ 'ਚ ਉਹਨਾਂ ਦੇ ਟ੍ਰਾਂਜ਼ਿਟ ਵਰਕਰਸ ਵੀ ਹਨ। ਇਹ ਸਿਰਫ ਮਿਸੀਸਾਗਾ ਤੇ ਬਰੈਂਪਟਨ ਤੋਂ ਪਿੱਛੇ ਹਨ। ਸਿਟੀ ਦਾ ਸੁਝਾਅ ਹੈ ਕਿ ਰੈਜ਼ੀਡੈਂਟਸ ਬਾਈਕ ਸਾਂਝੀ ਕਰ ਸਕਦੇ ਨੇ, ਈ-ਸਕੂਟਰ, ਕਾਰ ਸਾਂਝੀ ਕਰਨ ਦੇ ਨਾਲ-ਨਾਲ ਟੈਕਸੀਆਂ ਦਾ ਸਹਾਰਾ ਵੀ ਆਉਣ ਜਾਣ ਲਈ ਲੈ ਸਕਦੇ ਨੇ। ਦੂਜੇ ਪਾਸੇ ਵਰਕਰਸ ਦਾ ਕਹਿਣਾ ਹੈ ਕਿ ਉਹ ਮਹਿੰਗਾਈ ਨਾਲ ਸਿੱਝਣ ਜੋਗੇ ਭੱਤੇ ਵਧਾਉਣ ਦੀ ਮੰਗ ਕਰ ਰਹੇ ਨੇ। ਯੂਨੀਅਨ ਵੱਲੋਂ ਅੱਜ ਸਵੇਰੇ 10 ਵਜੇ ਫਰੈਂਕ ਕੂਕ ਟਰਮੀਨਲ ਉੱਤੇ ਰੈਲੀ ਤੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ। ਏਸ਼ੀਆ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ ਸਿਖਰ ਵਾਰਤਾ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸੈਨ ਫਰਾਂਸਿਸਕੋ ਜਾਣ ਦੀ ਸੰਭਾਵਨਾ। ਟਰੂਡੋ ਕੈਨੇਡਾ ਦੇ ਭਾਈਵਾਲਾਂ ਨਾਲ ਕਲਾਈਮੇਟ ਫਰੈਂਡਲੀ ਆਰਥਿਕ ਵਿਕਾਸ ਨੂੰ ਉਭਾਰਨ ਦੇ ਰਾਹ ਉੱਤੇ ਕਰਨਗੇ ਆਪਣਾ ਧਿਆਨ ਕੇਂਦਰਿਤ। ਓਨਟਾਰੀਓ ਰੋਜ਼ਗਾਰ ਦਾਤਾਵਾਂ ਵੱਲੋਂ ਕੈਨੇਡੀਅਨ ਕੰਮ ਦਾ ਤਜਰਬਾ ਮੰਗਣ ਤੇ ਪਾਬੰਦੀ ਲਗਾਉਣ ਅਤੇ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਯੋਗਤਾ 'ਚ ਢਿੱਲ ਦੇਣ ਦੀ ਉਮੀਦ। ਪ੍ਰਸਤਾਵਿਤ ਤਬਦੀਲੀਆਂ ਅਗਲੇ ਸਾਲ ਤੋਂ ਲਾਗੂ ਹੋਣ ਦੀ ਉਮੀਦ ਤਾਂ ਜੋ 1 ਸਾਲ ਦੇ ਕਾਲਜ ਪ੍ਰੋਗਰਾਮ ਤੋਂ ਅੰਤਰਰਾਸ਼ਟਰੀ ਗ੍ਰੈਜੂਏਟ ਸਥਾਈ ਨਿਵਾਸ PR ਦੇ ਯੋਗ ਹੋ ਸਕਣ। ਜ਼ਿਆਦਾਤਰ ਕੈਨੇਡੀਅਨ ਗਾਜ਼ਾ 'ਚ ਪੂਰੀ ਜੰਗਬੰਦੀ ਦੇ ਸਮਰਥਨ 'ਚ। ਐਂਗਸ ਰੀਡ ਇੰਸਟੀਚਿਊਟ ਦੇ ਇੱਕ ਨਵੇਂ ਸਰਵੇਖਣ ਮੁਤਾਬਕ 35% ਕੈਨੇਡੀਅਨ ਸੋਚਦੇ ਨੇ ਕਿ ਗਾਜ਼ਾ 'ਚ ਮਾਨਵਤਾਵਾਦੀ ਸਹਾਇਤਾ ਪੁੱਜਦੀ ਕਰਨ ਲਈ ਅਸਥਾਈ ਜੰਗਬੰਦੀ ਨੂੰ ਤੁਰੰਤ ਹੋਣਾ ਚਾਹੀਦਾ ਹੈ ਲਾਗੂ, ਜਦਕਿ 30% ਜੰਗ ਦੀ ਪੂਰੀ ਤਰ੍ਹਾਂ ਨਾਲ ਖਤਮ ਹੋਣ ਦੀ ਹਮਾਇਤ 'ਚ। ਲੇਬਰ ਮੰਤਰੀ ਸੀਮਸ ਓਰੀਗਨ ਵੱਲੋਂ ਪੇਸ਼ ਕੀਤਾ ਗਿਆ ਨਵਾਂ ਲੇਬਰ ਬਿੱਲ ਨੂੰ ਐਨ ਐਕਟ ਟੂ ਅਮੈਂਡ ਦਾ ਕੈਨੇਡਾ ਲੇਬਰ ਕੋਡ ਤੇ ਦਾ ਕੈਨੇਡਾ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਰੈਗੂਲੇਸ਼ਨਜ਼ 2012 ਦਾ ਦਿੱਤਾ ਗਿਆ ਨਾਮ।